बड़ी तंगी च जिंदगी बीती? बहुत जी बहुत, जानी कि अपना बरसात आउंदी है, बांस है, टुट भी सकते, जिंदगी नरक दी असी जी रहे हैं। लॉकडाउन लग्या, ना दिहाड़ी मिलती है, जिंदा मैं सहारा लैके मैं आपदा गुजारा करके मैं बच्चे ऊपर कर लवां। कांग्रेस नूं 3.5 साल हो चुके हैं, कांग्रेस के लीडर भी आए होने, उदों की वादे कीते सन? वादे कीते सी असीं तुहाडे कमरे पावांगे, तुहानूं उपर लिआवांगे, तुहानूं सहूलतां भी देवांगे, तुहाडे बच्चिआं दी भी जिहड़ी बेटियां दी सहूलतां ने वो भी देंगे। कोई ना बेटी की सहूलत दी है, ना साढ़े को कमरियां दी दी। वादे पूरे करके आपदा वादा लैके साढ़े को वोट लैके ते आपदा वादा पगा के ते आपदे साइड ते हो गए। आपदा साड़ी कोई पूरी नहीं हुई, उन्हां दी पूरी हो गई, साड़ी नहीं हुई जी। छोटी भैन पढ़ती है, इनू पढ़ाने गरीबी के हालत विच असी मैं आप भी नहीं पढ़ सकी। छोटे छोटे होंदे सी मम्मी मेरी दी डेथ हुई है। डैडी मेरे को फीस नहीं भरी जाती, स्कूल की फीस बहुत लगती है। असी इस घर विच रहीगा, साड़ियां कंधां भी नहीं कीतियां, ना बाथरूम हैगा, ना प्लच हैगी। ਅਸੀਂ ਬਾਹਰ ਜਾ ਮੇਰੀ ਭੈਣ ਦਿਹਾੜੀ ਕਰਨ ਜਾਂਦੀ ਹੈ ਤੇ ਉਹ ਸਾਨੂੰ ਬੜੀ ਮੁਸ਼ਕਲ ਨਾਲ ਪੜਾ ਰਹੇ ਨੇ। बड़ी मुश्किल ना मच्छर बहुत वटदा है ते दिने गर्मी भी लगती है ते रात नूं मच्छर, ना पक्खा ना लाइट। दीवियां ते रोटी पकाएगा, दीवियां ते सब्जी बनाएगा, सारा काम दीवियां ते करेगा। ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਅਸੀਂ ਪਿੰਡਾਂ ਦੀ ਨੁਹਾਰ ਬਦਲਾਂਗੇ, ਸ਼ਹਿਰਾਂ ਦੀ ਨੁਹਾਰ ਬਦਲਾਂਗੇ, ਪਰ ਦੁਖਾਂਤ ਇਸ ਗੱਲ ਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਸਰਕਾਰਾਂ ਦੇ ਦਾਅਵੇ ਉਦੋਂ ਫੇਲ ਹੋ ਜਾਂਦੇ ਆ ਜਦੋਂ ਪਿੰਡਾਂ ਦੇ ਲੋਕਾਂ ਦੇ ਹਾਲਾਤ ਖਸਤਾ ਹੋ ਜਾਂਦੀ ਹੈ। ਅਸੀਂ ਗੱਲ ਕਰ ਰਹੇ ਹਾਂ ਬਾਰਡਰ ਇਲਾਕੇ ਦੇ ਪਿੰਡਾਂ ਦੀ। ਇਸ ਵਕਤ ਅਸੀਂ ਹੁਸੈਨੀਵਾਲਾ ਬਾਰਡਰ ਦੇ ਬਿਲਕੁਲ ਨਾਲ ਲੱਗਦੇ ਹੋਏ ਪਿੰਡ ਬਾਰੇਕੇ ਦੇ ਵਿੱਚ ਮੌਜੂਦ ਹਾਂ। ਇੱਥੋਂ ਦੇ ਸਾਗਰ ਦੀ ਕਹਾਣੀ ਦਿਖਾਵਾਂਗੇ, ਜਿਹੜਾ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਰਿਹਾ। ਕੱਚੇ ਕਮਰੇ ਨੇ, ਕੰਮ ਨਹੀਂ ਹੈਗਾ, 2 ਜਵਾਨ ਕੁੜੀਆਂ ਦੇ ਨਾਲ ਬੜੀ ਮੁਸ਼ਕਲ ਨਾਲ ਜ਼ਿੰਦਗੀ ਬਤੀਤ ਕਰ ਰਿਹਾ। ਸਰਕਾਰਾਂ ਦੇ ਦਾਅਵੇ ਕਿਤੇ ਨਾ ਕਿਤੇ ਅੱਜ ਤੁਹਾਨੂੰ ਇਸ ਕਹਾਣੀ ਦੇ ਵਿੱਚ ਫੇਲ ਸਾਬਤ ਹੋਣਗੇ, ਕਿਉਂਕਿ ਸਰਕਾਰਾਂ ਨੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀ ਨੁਹਾਰ ਹਜੇ ਤੱਕ ਨਹੀਂ ਬਦਲੀ। ਅੱਜ ਤੁਹਾਨੂੰ ਅਸੀਂ ਡੇਲੀ ਪੋਸਟ ਪੰਜਾਬੀ ਤੇ ਸਾਗਰ ਤੇ ਉਸਦੇ ਪਰਿਵਾਰ ਦੀ ਕਹਾਣੀ ਵਿਖਾਉਂਦੇ ਹਾਂ। मैं इस वक्त भारत पाकिस्तान बॉर्डर के नज़दीक हुसैनीवाला का पिंड है बारेके, उत्थे मौजूद है। उस पिंड के सागर का तुहानूं एक बार घर दिखा दईए। बड़ी गुरबत की जिंदगी बतीत कर रहे। तुसीं देखो ये सामने तस्वीर दे विच जिहड़ा तुहानूं दिखा रहे सी, ये एक किचन बनाई हुई है इन्होंने, क्योंकि सरकारां वड्डे वड्डे दावे करदियां पर बॉर्डर इलाके दे जिहड़े लोग हैगे, जिहड़े परिवार ने पिंडां दे, बड़ी गुरबत की जिंदगी बतीत कर रहे, क्योंकि उत्थे पूरे साधन नहीं हैगे। ये सागर सामने देख रहे हो, दिहाड़ी करदा है। करोना वायरस करके कारोबार बंद हो गया, दिहाड़ियां भी टुट गईयां। 2 बच्चियां लखविंदर ते जसविंदर कौर,
ਮਾਤਾ ਇਹਨਾਂ ਦੀ ਹੈ ਨਹੀਂ, ਬੜੀ ਮੁਸ਼ਕਲ ਨਾਲ ਇਹ ਗੁਜ਼ਾਰਾ ਕਰ ਰਿਹਾ ਆਪਣਾ। ਤੁਹਾਨੂੰ ਇੱਕ ਵਾਰੀ ਨਜ਼ਦੀਕ ਤੋਂ ਇਹਨਾਂ ਦਾ ਦਿਖਾਉਂਦੇ ਆ ਕਿ ਇਸ ਕੱਚੇ ਘਰ ਦੇ ਵਿੱਚ ਵੀ ਰਾਤ ਗੁਜ਼ਾਰਨੀ ਕਿੰਨੀ ਮੁਸ਼ਕਲ ਹੈ, ਕਿਉਂਕਿ ਬਰਸਾਤਾਂ ਦਾ ਸਮਾਂ ਹੈਗਾ। ਇਹ ਛੱਤਾਂ ਜਿਹੜੀਆਂ ਕੱਚੀਆਂ ਛੱਤਾਂ ਹੁੰਦੀਆਂ ਮਿੱਟੀ ਦੇ ਜ਼ਰੀਏ, ਇੱਕ ਖੜਾਈ ਹੁੰਦੀ ਛੱਤ ਆ, ਤਾਂ ਇਹ ਵੀ ਰਿਸਕ ਹੁੰਦਾ ਕਿ ਕਿਤੇ ਗਿਰ ਨਾ ਜਾਵੇ। ਇਹ ਸਾਗਰ ਦਾ ਘਰ ਹੈ, ਬਾਰਡਰ ਏਰੀਆ ਦਾ ਪਿੰਡ ਹੁਸੈਨੀਵਾਲਾ ਕੋਲ ਅਸੀਂ ਮੌਜੂਦਾ ਬਾਰੇ ਕੇ ਪਿੰਡ ਹੈ। ਤੁਸੀਂ ਦੇਖੋ ਇਸ ਇੱਕ ਕਮਰੇ ਦੇ ਵਿੱਚ ਇਹ 3 ਜੀ ਰਹਿੰਦੇ ਨੇ। ਮਾਂ ਇਹਨਾਂ ਦੇ ਸਿਰ ਤੇ ਨਹੀਂ ਹੈ ਬੱਚਿਆਂ ਦੀ, ਤਾਂ ਪਿਤਾ ਦੇ ਸਿਰ ਹੀ ਸਾਰਾ ਇਹਨਾਂ ਦਾ ਜਿਹੜੀ ਜ਼ਿੰਮੇਵਾਰੀ ਇਹਨਾਂ ਦੇ ਪਿਤਾ ਦੇ ਸਿਰ ਤੇ ਹੈਗੀ ਹੈ। ਪਰ ਹਾਲਾਤ ਜਿਹੜੇ ਹੈਗੇ ਇਸ ਤਰੀਕੇ ਦੇ ਬਣ ਗਏ ਕਿ ਹੁਣ ਮਾਯੂਸ ਹੋ ਗਏ ਨੇ ਇਹ ਸਰਕਾਰਾਂ ਦੇ ਵੱਡੇ ਵੱਡੇ ਦਾਅਵਿਆਂ ਤੋਂ ਕਿ ਸਰਕਾਰਾਂ ਕਹਿੰਦੀਆਂ ਕੁਛ ਆ ਪਰ ਹੁੰਦਾ ਕੁਛ ਨਹੀਂ। ਇਸ ਕਰਕੇ ਅੱਜ ਸਾਗਰ ਬੜੀ ਮੁਸ਼ਕਲ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ। 2 ਬੱਚੀਆਂ ਨੇ ਇਹਨਾਂ ਦੇ ਨਾਲ, ਉਹਨਾਂ ਨੂੰ ਪੜ੍ਹਾਉਣਾ ਵੀ ਹੈ, ਖਵਾਉਣਾ ਵੀ ਹੈ, ਸਾਰੀ ਜ਼ਿੰਮੇਵਾਰੀ ਸਾਗਰ ਦੇ ਉੱਤੇ ਹੈਗੀ ਹੈ। ਵੱਡੀ ਮੁਸ਼ਕਲਾਂ ਚੋਂ ਇਹ ਪਰਿਵਾਰ ਜਿਹੜਾ ਗੁਜ਼ਾਰਾ ਕਰ ਰਿਹਾ, ਕਿਉਂਕਿ ਬਾਰਡਰ ਏਰੀਏ ਦਾ ਇਹ ਪਿੰਡ ਹੈਗਾ। ਸਰਕਾਰਾਂ ਨੇ ਦਾਅਵੇ ਕੀਤੇ ਆ ਪਰ ਬਾਰਡਰ ਏਰੀਏ 'ਚ ਹਜੇ ਤੱਕ ਪੂਰੀਆਂ ਸਹੂਲਤਾਂ ਨਹੀਂ ਮਿਲੀਆਂ। ਅਸੀਂ ਇਸ ਵਕਤ ਹੁਸੈਨੀਵਾਲਾ ਦਾ ਪਿੰਡ ਬਾਰੇਕੇ 'ਚ ਮੌਜੂਦ ਹਾਂ। ਤੁਹਾਨੂੰ ਇੱਕ ਵਾਰੀ ਮਿਲਵਾਉਂਦੇ ਆ ਸਾਗਰ ਦੇ ਨਾਲ। ਸਾਗਰ, ਕਿੰਨੀ ਕੁ ਮੁਸ਼ਕਲਾਂ ਨੇ ਤੁਹਾਨੂੰ? ਬੜੀ ਤੰਗੀ 'ਚ ਜ਼ਿੰਦਗੀ ਬਤੀਤ ਹੋ ਰਹੀ ਹੈ? ਬਹੁਤ ਜੀ ਬਹੁਤ, ਜਾਣੀ ਕਿ ਆਪਣਾ ਬਰਸਾਤ ਆਉਂਦੀ ਹੈ, ਵਾਂਸ ਹੈ, ਟੁੱਟ ਵੀ ਸਕਦੇ। ਜ਼ਿੰਦਗੀ ਨਰਕ ਦੀ ਅਸੀਂ ਜੀ ਰਹੇ ਹਾਂ। ਸਾਡੀ ਕੋਈ ਸੁਣਵਾਈ ਨਹੀਂ ਹੋਈ, ਕੋਈ ਕੁਛ ਨਹੀਂ ਹੋਈ। ਸਰਕਾਰ ਨੇ ਬੜੇ ਬੜੇ ਦਾਅਵੇ ਕੀਤੇ ਆ, ਅਸੀਂ ਆਹ ਕੁਛ ਬਣਾ ਦਿਆਂਗੇ, ਆਹ ਕਰ ਦਿਆਂਗੇ। ਸਾਨੂੰ ਤਾਂ ਅਜੇ ਤੱਕ ਕੁਛ ਨਹੀਂ ਦਿਖਾਇਆ ਵੀ ਬਣਿਆ ਵੀ, ਤੇ ਸਾਡਾ ਅਗਲਾ ਵੀ ਡਿੱਗਣ ਨੂੰ ਪਿਆ। ਇਹ ਕਿੰਨੇ ਸਾਲ ਹੋ ਗਏ ਇਹਨਾਂ ਦੀ ਮਦਰ ਨੂੰ ਐਕਸਪਾਇਰ ਹੋਇਆ? ਇਹ ਜੀ 15 ਸਾਲ ਹੋ ਚੱਲੇ ਆ ਜੀ। ਬਿਲਕੁਲ ਛੋਟੀਆਂ ਸੀ ਤੇ ਮੈਂ ਇਹਨਾਂ ਨੂੰ ਤਿਆਰ ਨਿਪਲਾਂ ਤੇ ਕੁਛੜੇ 'ਚ ਪਾ ਕੇ ਰੋਟੀਆਂ ਵੇਲ ਕੇ ਇਹਨਾਂ ਨੂੰ ਉੱਪਰ ਲਿਆਇਆ। ਬੜੀ ਬਹੁਤ ਗਰੀਬੀ ਹੈ ਇਸ ਟਾਈਮ, ਕੁਛ ਖਾਣ ਨੂੰ ਵੀ ਨਹੀਂ ਹੈ। ਲੋਕਡਾਊਨ ਲੱਗਿਆ, ਨਾ ਦਿਹਾੜੀ ਮਿਲਦੀ ਹੈ, ਜਿੰਦਾ ਮੈਂ ਸਹਾਰਾ ਲੈ ਕੇ ਮੈਂ ਆਪਦਾ ਗੁਜ਼ਾਰਾ ਕਰਕੇ ਮੈਂ ਬੱਚੇ ਉੱਪਰ ਕਰ ਲਵਾਂ। ਜੇ ਮੇਰੇ ਵੀਰ ਭਰਾ ਦੀ ਕਿਸੇ ਤਰ੍ਹਾਂ ਦੀ ਵੀ ਹੋਵੇ ਤੇ ਮੇਰੇ ਨਾਲ ਸੰਜੋਗਾ ਕਰਕੇ ਮੇਰੇ ਨਾਲ ਸੰਜੋਗ ਦੇਣ, ਜਾਣੀ ਕਿ ਮੇਰੇ ਬੱਚੇ। ਸਰਕਾਰ ਵੱਲੋਂ ਕੋਈ ਸਪੋਰਟ ਨਹੀਂ ਹੈਗੀ ਤੁਹਾਨੂੰ? ਕਿਸੇ ਤਰੀਕੇ ਦੀ ਕੋਈ ਮਦਦ ਮਿਲੀ ਹੋਵੇ ਸਰਕਾਰ ਵੱਲੋਂ? ਨਹੀਂ ਜੀ, ਕੁਛ ਵੀ ਨਹੀਂ ਜੀ। ਉਹ ਕਹਿੰਦੇ ਨੇ ਅਸੀਂ ਉਹ ਕਰ ਦਿਆਂਗੇ, ਬੇਟੀਆਂ ਅਸੀਂ ਚਾਨਣੇ ਪੜਾਵਾਂਗੇ, ਉਹ ਤਾਂ ਨੇਰੇ 'ਚ ਪੜ ਰਹੀਆਂ ਜੀ। ਹਾਂ, ਦੀਵੇ ਜਗਾਉਣੇ ਆ, ਗੁਜ਼ਾਰਾ ਕਰਦੇ ਆ। ਕੋਈ ਲਾਈਟ ਨਹੀਂ ਹੈ ਸਾਡੇ, ਕਿਸੇ ਤਰ੍ਹਾਂ ਦੀ ਕਿਸੇ ਨੇ ਬਾਂਹ ਨਹੀਂ ਅਜੇ ਤੱਕ ਫੜੀ। ਜਿਹੜੇ ਵੱਡੇ ਲੀਡਰ, ਜਦੋਂ ਇੱਥੇ ਤੁਹਾਡੇ ਚੋਣਾਂ ਦਾ ਵਕਤ ਹੁੰਦਾ ਹੈ, ਹਾਂਜੀ। ਕਾਂਗਰਸ ਨੂੰ 3.5 ਸਾਲ ਹੋ ਚੁੱਕੇ ਆ, ਕਾਂਗਰਸ ਦੇ ਲੀਡਰ ਵੀ ਆਏ ਹੋਣੇ, ਉਦੋਂ ਕੀ ਵਾਅਦੇ ਕੀਤੇ ਸੀ ਉਹਨਾਂ ਨੇ? ਵਾਅਦੇ ਕੀਤੇ ਸੀ ਅਸੀਂ ਤੁਹਾਡੇ ਕਮਰੇ ਪਾਵਾਂਗੇ, ਤੁਹਾਨੂੰ ਉੱਪਰ ਲਿਆਵਾਂਗੇ, ਤੁਹਾਨੂੰ ਸਹੂਲਤਾਂ ਵੀ ਦੇਵਾਂਗੇ, ਤੁਹਾਡੇ ਬੱਚਿਆਂ ਦੀ ਵੀ ਜਿਹੜੀ ਬੇਟੀਆਂ ਦੀ ਸਹੂਲਤਾਂ ਨੇ ਉਹ ਵੀ ਦੇਵਾਂਗੇ। ਕੋਈ ਨਾ ਬੇਟੀ ਦੀ ਸਹੂਲਤ ਦਿੱਤੀ ਹੈ, ਨਾ ਸਾਡੇ ਕੋਲ ਕਮਰਿਆਂ ਦੀ ਦਿੱਤੀ। ਵਾਅਦੇ ਪੂਰੇ ਕਰਕੇ ਆਪਦਾ ਵਾਅਦਾ ਲੈ ਕੇ, ਸਾਡੇ ਕੋਲ ਵੋਟ ਲੈ ਕੇ ਤੇ ਆਪਦਾ ਵਾਅਦਾ ਪਗਾ ਕੇ ਤੇ ਆਪਦੇ ਸਾਈਡ ਤੇ ਹੋ ਗਏ। ਸਾਡੀ ਕੋਈ ਪੂਰੀ ਨਹੀਂ ਹੋਈ, ਉਹਨਾਂ ਦੀ ਪੂਰੀ ਹੋ ਗਈ, ਸਾਡੀ ਨਹੀਂ ਹੋਈ ਜੀ। ਯਾਨੀ ਵੋਟ ਲੈਣ ਦੇ ਵਕਤ ਉਹਨਾਂ ਨੂੰ ਤੁਸੀਂ ਯਾਦ ਆਉਂਦੇ ਹੋ? ਹਾਂਜੀ। ਵੋਟਾਂ ਤੋਂ ਬਾਅਦ ਇਸ ਏਰੀਆ 'ਚ ਕੋਈ ਨਹੀਂ ਆਉਂਦਾ? ਨਹੀਂ ਜੀ, ਇਸ ਏਰੀਆ 'ਚ ਉਦੋਂ ਯਾਦ ਕਿੰਨੇ ਕਰਨਾ, ਆਉਣਾ ਹੀ ਨਹੀਂ। ਜਦੋਂ ਵੋਟ ਪੈ ਗਈ, ਹੁਣ ਉਹਨਾਂ ਦਾ ਇਲੈਕਸ਼ਨ ਦਾ ਟਾਈਮ ਹੈ, ਹੁਣ ਉਹਨਾਂ ਆ ਕੇ ਚਾਚਾ ਬਾਬਾ ਕਰਕੇ ਫਿਰ ਸਾਨੂੰ ਲੈ ਜਾਣਗੇ। ਮੁੜ ਕੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ, ਭੁੱਖੇ ਨੇ ਤ੍ਰਿਸੇ ਨੇ, ਚਾ ਲਾਈਟ ਹੈ, ਚਾ ਕਮਰਾ ਡਿੱਗਿਆ, ਚਾ ਬੱਲੀ ਲੱਗੀ ਹੈ, ਚਾ ਵਾਂਸ ਲਾਇਆ, ਕਦੋਂ ਵੀ ਹੋ ਸਕਦਾ। ਬੱਚੀਆਂ ਹਜੇ ਇੱਕ ਬੱਚੀ ਪੜ ਰਹੀ ਹੈ? ਇੱਕੋ ਹੀ ਪੜ ਰਹੀ ਹੈ? ਹਾਂਜੀ ਹਾਂਜੀ, ਇੱਕ ਹੀ ਪੜ ਰਹੀ ਹੈ ਜੀ, ਇੱਕ ਹੀ ਪੜਾ ਰਹੇ ਹਾਂ। ਗੁੰਜਾਇਸ਼ ਨਹੀਂ ਹੈ ਜੀ, ਗੁੰਜਾਇਸ਼ ਫੀਸ ਬਹੁਤ ਲੰਮੀ ਹੈ ਜੀ। ਮੈਂ ਤਾਂ ਰੋਟੀ ਨਹੀਂ ਗੁਜ਼ਾਰਾ ਪਾ ਸਕਦਾ, ਖਾਣ ਜੋਗੀ ਵੀ ਨਹੀਂ ਹੈ, तो मैं बच्चे कितों पढ़ा लूँगा जी। बच्चा बैठा है, ये बच्चा वैसे नहीं पढ़ता, ये पढ़ाई तो ही गया है जी। बिल्कुल वड्डी मुश्किल हैगी है ते किन्नी तुहानू निराशा किन्नी कि सरकारां ने कुछ कीता नहीं? मैं तो बहुत कर रहा जी। हाँ, वो मैंने तो बहुत आ रही परेशानी भी। वेल एक बंदा इंसान सरकार का बंदा बनया होवे ते उनकी सोझी ना लवे तो बहुत माड़ी हैरानी वाली गल आउंदी भी इस नाल मौत चंगी है। ਤੁਹਾਨੂੰ ਲੱਗਦਾ ਨਹੀਂ ਬਾਰਡਰ ਏਰੀਆ ਦੇ ਵਿੱਚ ਤੁਸੀਂ ਬੈਠੇ ਹੋ, ਨਾਲ ਹੀ ਬਾਰਡਰ ਹੁਸੈਨੀ ਵਾਲਾ, ਕੋਈ ਸਹੂਲਤ ਨਹੀਂ ਇੱਥੇ ਸਰਕਾਰ ਵੱਲੋਂ? ਨਾ ਨਾ ਨਹੀਂ, ਕੋਈ ਨਹੀਂ ਦਿੱਤੀ ਜੀ ਕਿਸੇ ਨੇ ਨਹੀਂ। ਇਹ ਬਾਰਡਰ ਕਰਕੇ ਕੀ ਪਤਾ ਡਰਦੇ ਨਹੀਂ ਆਉਂਦੇ ਨਹੀਂ ਕਿ ਵੈਸੇ ਨਹੀਂ ਆਉਂਦੇ ਨਹੀਂ, ਇਹ ਤਾਂ ਉਹ ਹੀ ਜਾਣਦੇ। ਯਾਨੀ ਵੋਟਾਂ ਲੈ ਜਾਂਦੇ ਆ ਲੀਡਰ, ਉਸ ਤੋਂ ਬਾਅਦ ਨਹੀਂ ਆਉਂਦੇ। ਸਾਡੇ ਨਾਲ ਲਖਵਿੰਦਰ ਕੌਰ ਹੈ ਤੁਹਾਡਾ ਨਾਮ? ਹਾਂਜੀ। ਲਖਵਿੰਦਰ, ਕਿੰਨੀ ਕੁ ਮੁਸ਼ਕਲ ਹੁੰਦੀ ਹੈ ਕਿਉਂਕਿ ਤੁਹਾਡੇ ਫਾਦਰ ਕਮਾਈ ਕਰ ਰਹੇ ਆ, ਮਦਰ ਹੈ ਨਹੀਂ, ਤੁਸੀਂ ਘਰ ਦਾ ਸਾਰਾ ਕੰਮ ਆਪ ਹੀ ਕਰਦੇ ਹੋ? ਹਾਂਜੀ, ਸਾਰਾ ਘਰ ਦਾ ਕੰਮ ਮੈਂ ਕਰਦੀ ਆ, ਬਾਹਰ ਅੰਦਰ ਜਾਂਦੇ ਆ, ਦਿਹਾੜੀ ਦੱਪਾ ਲੋਕਾਂ ਦੇ ਪਹਿਲੀ ਵਿੱਚ ਕਰਦੇ ਆ। ਤੇ ਕਮਰਾ ਵੇਖੋ ਕੱਚਾ ਹੈਗਾ, ਬਹੁਤ ਗਰੀਬੀ ਹੈਗੀ ਆ।
ਨਾ ਪੜ ਸਕੇ ਨਾ ਮੋਮ ਹੈਗੀ ਆ ਸਿਰ ਤੇ ਵੀ ਜਿੰਦਾ ਸਹਾਰਾ ਲੈ ਸਕਦੇ ਆ। ਛੋਟੀ ਭੈਣ ਪੜ ਰਹੀ ਹੈ? ਹਾਂ, ਛੋਟੀ ਭੈਣ ਪੜਦੀ ਆ। ਇਹਨੂੰ ਪੜਾਣੇ ਆ। ਗਰੀਬੀ ਦੇ ਹਾਲਤ ਵਿੱਚ ਮੈਂ ਆਪ ਵੀ ਨਹੀਂ ਪੜ ਸਕੀ। ਛੋਟੇ ਹੁੰਦੇ ਸੀ ਮੰਮੀ ਮੇਰੀ ਦੀ ਡੈਥ ਹੋਈ ਆ। ਤੇ ਇਸ ਕਮਰੇ ਦੇ ਵਿੱਚ ਲਾਈਟ ਵੀ ਹੈ ਨਹੀਂ, ਲਾਈਟ ਵੀ ਕੱਟੀ ਹੋਈ ਹੈ ਤੁਹਾਡੀ? ਨਹੀਂ, ਲਾਈਟ ਨਹੀਂ ਆ ਗਈ। ਦੀਵਾ ਜਗਾ ਕੇ ਅਸੀਂ ਰੋਟੀ ਪਕਾਣੇ ਆ। ਬੜੀ ਮੁਸ਼ਕਿਲ ਰੋਟੀ ਪਕਾਣੇ ਆ। ਔਖਾ ਬੜਾ ਹੁੰਦਾ ਹੈ। ਰਾਤ ਨੂੰ ਮੱਛਰ ਵੱਢਦਾ ਹੈ, ਦਿਨੇ ਗਰਮੀ ਲੱਗਦੀ ਆ। ਕੋਈ ਕਿਸੇ ਤਰੀਕੇ ਦੀ ਤੁਹਾਡੀ ਇਸ ਇਲਾਕੇ ਜਿਹੜੇ ਲੀਡਰ ਵੋਟਾਂ ਮੰਗਣ ਆਉਂਦੇ ਨੇ, ਕੋਈ ਮਦਦ ਕੀਤੀ ਕਿਸੇ ਨੇ? ਕੋਈ ਨਹੀਂ, ਕਿਸੇ ਨੇ ਨਹੀਂ ਮਦਦ ਕੀਤੀ। ਸਾਰੇ ਕਹਿੰਦੇ ਤੁਹਾਡੇ ਕਮਰੇ ਪਾ ਦਾਂਗੇ, ਉਹ ਕਰ ਦਾਂਗੇ, ਆਹ ਕਰ ਦਾਂਗੇ, ਪਰ ਨਹੀਂ, ਕਿਸੇ ਨੇ ਨਹੀਂ ਅੱਜ ਤੱਕ ਕੋਈ ਆਇਆ ਨਹੀਂ ਗੇੜਾ ਮਾਰਨ ਵੀ ਤੁਹਾਡੇ ਕਮਰੇ ਪਾ ਦੇਣਾ। ਬਹੁਤ ਮੁਸ਼ਕਲ ਹੈ। ਹਾਂ, ਬਹੁਤ ਮੁਸ਼ਕਲ ਹੈ ਜੀ ਬਿਲਕੁਲ। ਜਸਵਿੰਦਰ ਕੌਰ ਹੈ ਤੁਹਾਡਾ ਨਾਮ? ਜਸਵਿੰਦਰ, ਕੱਲੇ ਤੁਸੀਂ ਪੜ੍ਹਾਈ ਕਰ ਰਹੇ ਹੋ? ਕਿਹੜੀ ਕਲਾਸ 'ਚ ਪੜ੍ਹਦੇ ਹੋ? ਅਸੀਂ 6ਵੀਂ ਕਲਾਸ ਵਿੱਚ ਪੜ੍ਹਦੇ ਹਾਂ। ਕਿੰਨੀ ਕੁ ਮੁਸ਼ਕਲ ਹੈ? ਸਾਨੂੰ ਬਹੁਤ ਮੁਸ਼ਕਿਲ ਹੈ। ਡੈਡੀ ਮੇਰੇ ਕੋਲ ਫੀਸ ਨਹੀਂ ਭਰੀ ਜਾਂਦੀ, ਸਕੂਲ ਦੀ ਫੀਸ ਬਹੁਤ ਲੱਗਦੀ ਹੈ। ਅਸੀਂ ਇਸ ਘਰ ਵਿੱਚ ਰਹੀਗਾ, ਸਾਡੀਆਂ ਕੰਧਾਂ ਵੀ ਨਹੀਂ ਕੀਤੀਆਂ, ਨਾ ਬਾਥਰੂਮ ਹੈਗਾ, ਨਾ ਪਲੱਚ ਹੈਗੀ। ਅਸੀਂ ਬਾਹਰ ਮੇਰੀ ਭੈਣ ਦਿਹਾੜੀ ਕਰਨ ਜਾਂਦੀ ਹੈ ਤੇ ਉਹ ਸਾਨੂੰ ਬੜੀ ਮੁਸ਼ਕਿਲ ਨਾਲ ਪੜ੍ਹਾ ਰਹੇ ਨੇ। ਸਾਡਾ ਕੱਚਾ ਕਮਰਾ ਇੱਕ ਬਾਰਿਸ਼ ਆਉਂਦੀ ਹੈ ਤੇ ਚੋ ਵੀ ਪੈਂਦਾ, ਬੜੀ ਮੁਸ਼ਕਿਲ ਨਾਲ ਅਸੀਂ ਇਹਦੇ ਥੱਲੇ ਸੋਏਂਗੇ। ਡਰ ਵੀ ਲੱਗਦਾ ਕਿ ਡਿੱਗ ਨਾ ਪਵੇ ਕਿਤੇ ਛੱਤ। ਪੜ੍ਹਾਈ ਦਾ ਕਿੰਨਾ ਸ਼ੌਂਕ ਹੈ? ਕੀ ਬਣਨਾ ਚਾਹੁੰਦੇ ਹੋ? ਸੁਪਨਾ ਕੀ ਹੈ ਤੁਹਾਡਾ? ਕੀ ਬਣਨਾ? ਮੈਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ ਤੇ ਮੈਂ ਵੱਡੇ ਹੋ ਕੇ ਜੱਜ ਬਣਨਾ ਚਾਹੁੰਦੀ ਹਾਂ। ਪਰ ਪਿਤਾ ਕਿੰਨੀ ਸਪੋਰਟ ਕਰਦੇ ਆ ਤੁਹਾਡੇ? ਖਾਣ ਪੀਣ ਸਾਰਾ ਹੀ ਖਰਚਾ ਕਰਦੇ ਆ? ਹਾਂਜੀ, ਬਹੁਤ ਸਪੋਰਟ ਕਰਦੇ ਆ ਮੇਰੇ ਪਾਪਾ ਜੀ। ਇਹ ਹਾਲਤ ਨਹੀਂ ਹੈਗੇ ਚੰਗੇ? ਹਾਂਜੀ, ਹਾਲਤ ਨਹੀਂ ਚੰਗੇ ਹੈਗੇ, ਬਹੁਤ ਗਰੀਬੀ ਵਿੱਚ ਰਹਿ ਰਹੇ ਹਾਂ ਅਸੀਂ ਤਾਂ। ਕੋਈ ਹੋਰ ਮਦਦ ਮਿਲੀ ਕਿਸੇ ਤਰੀਕੇ ਦੀ? ਸਰਕਾਰ ਨੇ ਦਿੱਤੀ ਹੋਵੇ ਜਾਂ ਪਿੰਡ ਦੇ ਵਿੱਚੋਂ ਮਿਲੀ ਹੋਵੇ ਕੋਈ ਕਿਸੇ ਤਰੀਕੇ? ਕਿਸੇ ਨੇ ਵੀ ਨਹੀਂ ਸਾਡੀ ਬਾਂਹ ਫੜੀ, ਨਾ ਪਿੰਡ ਵਿੱਚੋਂ ਨਾ ਸਰਕਾਰ ਨੇ। ਕਿਸੇ ਨੇ ਨਹੀਂ ਸਾਨੂੰ ਕਿਹਾ ਵੀ ਤੁਹਾਡੇ ਆ ਕੇ ਕਮਰੇ ਪਵਾ ਦਿੰਦੇ ਆ ਜਾਂ ਬਾਥਰੂਮ ਬਣਵਾ ਦਿੰਦੇ ਆ, ਪਲੱਚ ਬਣਵਾ ਦਿੰਦੇ ਆ। ਕਿਸੇ ਨੇ ਵੀ ਨਹੀਂ ਕੋਈ ਵੀ ਮਦਦ ਕੀਤੀ। ਅਸੀਂ ਬਹੁਤ ਗਰੀਬੀ ਦੀ ਹਾਲਤ ਵਿੱਚ ਰਹਿ ਰਹੇ ਹਾਂ। ਤੇ ਮੰਮੀ ਵੀ ਤੁਹਾਡੇ ਸਿਰ ਤੇ ਹੈ ਨਹੀਂ? ਤੁਹਾਡੀ ਭੈਣ ਸਾਰਾ ਕੰਮ ਕਰਦੀ ਹੈ ਘਰ ਦਾ? ਹਾਂਜੀ, ਸਾਡੀ ਭੈਣ ਸਾਰਾ ਕੰਮ ਕਰਦੀ ਹੈ। ਮੇਰੀ ਮੰਮੀ ਨਹੀਂ ਹੈਗੀ, ਉਹਦੀ ਡੈਥ ਹੋਈ। ਅਸੀਂ ਛੋਟੀਆਂ ਹੁੰਦੀਆਂ ਸੀ। ਸਾਡੇ ਪਾਪਾ ਨੇ ਸਾਨੂੰ ਵੱਡਾ ਕੀਤਾ ਹੈ। ਨਿੱਪਲਾਂ ਵਿੱਚ ਦੁੱਧ ਪਿਆਉਂਦਾ ਹੁੰਦਾ ਸੀ, ਗੋਦੀ ਵਿੱਚ ਲੈ ਕੇ ਬੈਠਦਾ ਹੁੰਦਾ ਸੀ, ਇਹ ਰੋਟੀ ਪਕਾਉਂਦਾ ਸੀ। ਇਹ ਹੁਣ ਇਹ ਕੱਚੇ ਕਮਰੇ ਤੁਸੀਂ ਰਹਿ ਰਹੇ ਹੋ, ਇੱਥੇ ਕਿੰਨੀ ਮੁਸ਼ਕਿਲ 'ਚ ਦਿਨ ਰਾਤ ਕਿਵੇਂ ਨਿਕਲਦਾ ਇੱਥੇ? ਬੜੀ ਮੁਸ਼ਕਿਲ ਨਾਲ। ਮੱਛਰ ਬਹੁਤ ਵੱਢਦਾ ਹੈ ਤੇ ਦਿਨੇ ਗਰਮੀ ਵੀ ਲੱਗਦੀ ਹੈ ਤੇ ਰਾਤ ਨੂੰ ਮੱਛਰ, ਨਾ ਪੱਖਾ ਨਾ ਲਾਈਟ। ਦੀਵਿਆਂ ਤੇ ਰੋਟੀ ਪਕਾਏਗਾ, ਦੀਵਿਆਂ ਤੇ ਸਬਜ਼ੀ ਬਣਾਏਗਾ, ਸਾਰਾ ਕੰਮ ਦੀਵਿਆਂ ਤੇ ਕਰੇਗਾ। ਕੀ ਮੰਗ ਹੈ ਤੁਹਾਡੀ ਸਰਕਾਰ ਤੋਂ? ਸਾਗਰ, ਕੀ ਮੰਗ ਕਰਦੇ? ਸਰਕਾਰ ਤੋਂ ਅਸੀਂ ਇਹ ਮੰਗ ਕਰਨੇ ਆ, ਜੇ ਸਾਡੀ ਸੋਝੀ ਜੇ ਕੀਤੀ ਜਾਵੇ, ਜਾਂਚ ਪੜਤਾਲ ਜੇ ਸਾਨੂੰ ਸਾਰਾ ਦਿੱਤਾ ਜਾਵੇ ਤੇ ਉਹਨਾਂ ਦਾ ਧੰਨਵਾਦ ਹੋਵੇਗਾ। ਨਹੀਂ ਤਾਂ ਸਾਡੀ ਮੌਤ ਤਾਂ ਫਿਰ ਹੈ ਹੀ ਹੈ। ਬੱਚਿਆਂ ਦੀ ਪੜ੍ਹਾਈ ਲਈ ਵੀ ਜ਼ਰੂਰੀ ਹੈ, ਕਿਉਂ ਮੇਰੇ ਕੋਲ ਪੜ੍ਹਾ ਤਾਂ ਸਕੇ ਨਹੀਂ ਤੇ ਜੇ ਹੈਲਪਰ ਮਿਲੇਗੀ ਤਾਂ ਮੇਰੇ ਨਾਲ ਸਾਰਾ ਹੋਏਗਾ ਤਾਂ ਮੈਂ ਬੱਚੇ ਵੀ ਪੜ੍ਹਾ ਸਕਾਂਗਾ। ਜੀ ਬਿਲਕੁਲ, ਇਹ ਸਾਗਰ ਹੈ ਜਿਹੜਾ ਆਪਣੀ ਦੋ ਬੱਚੀਆਂ ਨਾਲ ਇਸ ਬਾਰਡਰ ਏਰੀਆ 'ਚ ਰਹਿ ਰਿਹਾ ਹੈ। ਹੁਸੈਨੀ ਵਾਲਾ ਬਾਰਡਰ ਦੇ ਨਜ਼ਦੀਕ ਪਿੰਡ ਹੈ, ਬਾਰੇ ਵਾਲਾ ਪਿੰਡ ਹੈਗਾ ਤਾਂ ਬਾਰੇਕਾ ਪਿੰਡ ਹੈ। ਵੱਡੀ ਮੁਸ਼ਕਲ ਇਹ ਹੈ ਕਿ ਇਸ ਇਲਾਕੇ ਦੇ ਵਿੱਚ ਵਿਕਾਸ ਨਹੀਂ ਹੋਇਆ। ਸਰਕਾਰਾਂ ਨੇ ਦਾਅਵੇ ਕੀਤੇ ਪਰ ਦਾਅਵੇ ਖੋਖਲੇ, ਕਿਉਂਕਿ ਅੱਜ ਵੀ ਬਾਰਡਰ ਏਰੀਆ 'ਚ ਬਹੁਤ ਐਸੇ ਘਰ ਹੈ, ਸਾਗਰ ਦੇ ਨਾਲ ਦੇ ਬਹੁਤ ਐਸੇ ਘਰ ਹੈ ਜਿਨ੍ਹਾਂ ਨੂੰ ਜਿਹੜੀ ਸਰਕਾਰ ਦੀ ਮਦਦ ਦੀ ਉਡੀਕ ਹੈ। ਪਰ ਕਿਤੇ ਨਾ ਕਿਤੇ ਸਾਗਰ ਹਿੰਮਤ ਨਹੀਂ ਹਾਰ ਰਿਹਾ। ਕਰੋਨਾ ਵਾਇਰਸ ਕਰਕੇ ਬੇਸ਼ੱਕ ਕੰਮ ਘਟ ਗਿਆ ਪਰ ਫਿਰ ਵੀ ਆਪਣੀ ਬੱਚਿਆਂ ਨੂੰ ਪਾਲ ਰਿਹਾ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਖਾਸ ਤੌਰ ਤੇ ਜਿਹੜੇ ਲੋਕ ਬਾਰਡਰ ਏਰੀਆ ਦੇ ਨਾਲ ਰਹਿ ਰਹੇ ਆ, ਜਿਹੜੇ ਪਿੰਡ ਬਾਰਡਰ ਏਰੀਆ ਦੇ ਨਾਲ ਲੱਗਦੇ ਆ, ਉਹਨਾਂ ਪਿੰਡਾਂ ਦੇ ਲੋਕਾਂ ਦੀ ਵੱਧ ਤੋਂ ਵੱਧ ਜਿਹੜੀ ਸਾਰ ਦਿੱਤੀ ਜਾਵੇ ਤਾਂ ਕਿ ਇਸ ਬੱਚੀਆਂ ਦਾ ਭਵਿੱਖ ਬਣ ਸਕੇ ਤੇ ਜਿਹੜਾ ਵਿਸ਼ਵਾਸ ਬਣਿਆ ਹੋਇਆ ਸਾਡੇ ਵੋਟ ਪਾਉਣ ਵਾਲੇ ਜਿਹੜੇ ਵੋਟਰ ਨੇ, ਸਰਕਾਰ ਨਾਲ ਇੱਕ ਵਿਸ਼ਵਾਸ ਬਣਿਆ ਹੁੰਦਾ ਤਾਂ ਵਿਸ਼ਵਾਸ ਵੀ ਬਣਿਆ ਰਹੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਆਉਣ ਵਾਲੀ ਸਰਕਾਰਾਂ ਜਿਹੜੀਆਂ ਮਿਸਾਲ ਕਾਇਮ ਕਰਨ ਕਿ ਅਜੇ ਲੋਕਾਂ ਨੂੰ ਉੱਪਰ ਲੈ ਕੇ ਆਉਣ ਤਾਂ ਕਿ ਇਹਨਾਂ ਦਾ ਜੀਵਨ ਜਿਹੜਾ ਸੁਖਾਲਾ ਹੋਵੇ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਟੈਲੀਪੋਸਟ ਪੰਜਾਬੀ, ਪਿੰਡ ਬਾਰੇਕੇ, ਫਿਰੋਜ਼ਪੁਰ।